ਤੇ ਜੋ ਸਭ ਇਹ ਬੜੇ ਅਰਸੇ ਤੋਂ ਹੀ ਇਹ ਗੱਲਾਂ ਚੱਲ ਰਹੀਆਂ ਨੇ, ਮਤਲਬ ਪਹਿਲੇ ਵੀ ਇਹਨਾਂ ਦਾ ਜਿਹੜਾ ਕਾਫੀ ਦੇਰ ਤੋਂ ਮੁਤਾਲਬਾ ਇਹ ਚੱਲ ਰਿਹਾ ਜੀ ਕੌਮੀ ਹਕੂਮਤ। ਔਰ ਮੈਨੂੰ ਯਾਦ ਪੈਂਦਾ ਹੈ ਕਿ ਸਿਰਫ ਇੱਕ ਅੱਧੇ ਸਾਲ ਤੋਂ ਨਹੀਂ, ਕਈ ਸਾਲਾਂ ਤੋਂ ਹੀ ਇਹ ਕੌਮੀ ਹਕੂਮਤ ਦਾ ਬਿਆਨੀਆ ਚੱਲ ਰਿਹਾ। ਉਹਨਾਂ ਨੇ ਕਿਹਾ ਦੁਨੀਆ ਦੇ ਹੋਰ ਮੁਲਕਾਂ 'ਚ ਵੀ ਐਸਾ ਮੇਰਾ ਖਿਆਲ ਹੈ ਜਦੋਂ ਦਾ ਪਾਕਿਸਤਾਨ ਬਣਿਆ ਉਦੋਂ ਦੇ ਕੌਮੀ ਹਕੂਮਤ ਦਾ ਬਿਆਨੀਆ ਤੇ ਉਦੋਂ ਤੋਂ ਹੀ ਚੱਲੀ ਜਾ ਰਿਹਾ ਮੁਸਲਸਲ। ਗੱਲ ਪਤਾ ਸੀ ਕਿ ਅਸੀਂ ਹੁਣ ਅੱਜ ਜਿਹੜੀ ਸਾਡਾ ਮੌਜੂ ਹੈਗਾ ਉਹਦੇ ਤੇ ਹੈਗਾ ਨੈਸ਼ਨਲ ਡਾਇਲੌਗ ਕਮੇਟੀ ਜਿਹੜੀ ਬਣੀ ਹੈ। ਤੇ ਇਹ ਵੀ ਇੱਕ ਨਾ ਸੋ ਕਾਲਡ ਨੈਸ਼ਨਲ ਡਾਇਲੌਗ ਕਮੇਟੀ ਹੈ। ਔਰ ਮਜ਼ੇਦਾਰੀ ਦੀ ਇਹਦੇ 'ਚ ਗੱਲ ਜਿਹੜੀ ਮੈਨੂੰ ਲੱਗਦੀ ਪਈ ਉਹ ਇਹ ਹੈਗੀ ਹੈ ਕਿ ਇਹ ਕਿਸੇ ਨੇ ਫਾਰਮ ਨਹੀਂ ਕੀਤੀ, ਇਹ ਆਪ ਹੀ ਖੁਦ ਹੀ ਇੱਕ ਨੈਸ਼ਨਲ ਡਾਇਲੌਗ ਕਮੇਟੀ ਇਹਨਾਂ ਨੇ ਆਪਣੇ ਆਪ ਬਣਾਈ ਹੋਈ ਔਰ ਜਿਹਨੂੰ ਕੋਈ ਵੀ ਨਹੀਂ ਮੰਨਦਾ। ਮਗਰ ਨਾ ਤੁਸੀਂ ਕਿਸੇ ਗਵਰਨਮੈਂਟ ਦੇ ਵਿੱਚ ਜਿਹੜੀਆਂ ਮੌਜੂਦ ਜਮਾਤਾਂ ਨੇ, ਮਗਰ ਪਾਕਿਸਤਾਨ ਦੀਆਂ ਵੱਡੀਆਂ ਜਮਾਤਾਂ ਜਿਹੜੀਆਂ ਨੇ ਉਹ ਤੇ ਗਵਰਨਮੈਂਟ 'ਚ ਨੇ, ਇੱਕ ਜਿਹੜੀ ਸਮਝੀ ਜਾਂਦੀ ਉਹ ਬਾਹਰ ਹੈ, ਲੇਕਿਨ ਉਹਨਾਂ ਕੋਲ ਇੱਕ ਪੂਰਾ ਸੂਬਾ ਹੈ ਤੇ ਉਹਨਾਂ ਦੇ ਕੋਲ ਇੱਕ ਉਹ ਸੂਬਾ ਹੈ। ਤੇ ਇੱਕ ਗੱਲ ਹੋਰ ਹੈ, ਸਟੇਕ ਹੋਲਡਰ ਤੇ ਉਹ ਹੈ ਨੇ ਬਿਲਕੁਲ, ਇਹਦੇ 'ਚ ਕੋਈ ਦੂਸਰੀ ਰਾਏ ਨਹੀਂ। ਹੁਣ ਅਸੀਂ ਗੱਲ ਕਰ ਰਹੇ ਹਾਂ ਨੈਸ਼ਨਲ ਡਾਇਲੌਗ ਕਮੇਟੀ ਦੀ, ਉਹਦੀ ਹੈਸੀਅਤ, ਉਹਦੀ ਵਰਥ ਤੇ ਉਹਦੀ ਜਿਹੜੀ ਉਹਦੇ ਟਾਰਗੇਟਸ ਨੇ। ਪਹਿਲੇ ਤੁਸੀਂ ਉਹਦੀ ਵਰਥ ਦੇਖੋਗੇ, ਉਹਦਾ ਕੱਦ ਕਾਠ ਦੇਖੋਗੇ, ਉਹਨੂੰ ਫਾਰਮ ਕਰਨ ਵਾਲੀਆਂ ਕੁਵਤਾਂ ਨੂੰ ਤੁਸੀਂ ਐਨਾਲਾਈਜ਼ ਕਰੋਗੇ, ਫਿਰ ਹੀ ਤੁਸੀਂ ਉਹਦੇ ਬਾਰੇ ਦੇ ਵਿੱਚ ਇੱਕ ਕੋਈ ਰਾਏ ਇਹ ਬਣਾਓਗੇ ਕਿ ਇਹ ਕੁਝ ਕੰਮ ਕਰ ਸਕਦੇ ਲੋਕ ਜਾਂ ਇਹ ਨਹੀਂ ਕਰ ਸਕਦੇ। ठीक है, आज तो जो इस साल चेहरे सान सामने जिन्होंने प्रेस कॉन्फ्रेंस की, मोहम्मद अली दुरानी साहब, फवाद चौधरी, बैरिस्टर सैफ, ਤੇ ਇਹ ਤੁਹਾਨੂੰ ਹੈਵੀ weight ਨਹੀਂ ਲੱਗਦੇ? ਨਹੀਂ ਤੇ ਬੜਾ ਬਹੁਤ ਇਹਨਾਂ ਦਾ ਵਜ਼ਨ ਵੈਸੇ ਬਹੁਤ ਜ਼ਿਆਦਾ ਹੋਏਗਾ, ਲੇਕਿਨ ਇਹਨਾਂ ਦਾ ਸਿਆਸੀ ਵਜ਼ਨ ਬਿਲਕੁਲ ਹੀ ਕੋਈ ਨਹੀਂ ਹੈਗਾ। ਵੈਸੇ ਵਜ਼ਨ ਇਹਨਾਂ ਨੂੰ ਤੋਲੋਗੇ ਤੇ ਕੋਈ 70 ਕਿਲੋ ਦਾ ਵੀ ਹੋ ਸਕਦਾ ਹੈ, ਕੋਈ 80 ਕਿਲੋ ਦਾ ਵੀ ਵਜ਼ਨ ਹੋ ਸਕਦਾ ਹੈ, ਕਿਸੇ ਦਾ 85 ਕਿਲੋ ਵੀ ਹੋ ਸਕਦਾ। ਕਮਰ ਵੀ ਇਹਨਾਂ ਦੀ ਵੱਡੀ ਹੋ ਸਕਦੀ ਹੈ, ਕਮਰ ਦਾ ਸਾਈਜ਼ ਵੀ ਵੱਡਾ ਹੋਏਗਾ ਤੇ ਗੱਲਾਂ ਦਾ ਸਾਈਜ਼ ਵੀ ਵੱਡਾ ਹੋਏਗਾ। ਉਹਨਾਂ ਦੇ ਵਿੱਚੋਂ ਤੁਸੀਂ ਇੱਕ ਦੇਖੋ ਕਿ ਅਸੀਂ ਕੱਦ ਕਾਠ ਦੀ ਗੱਲ ਕਰ ਰਹੇ ਸੀ, ਐਕਸੈਪਟੇਬਿਲਿਟੀ ਦੀ ਗੱਲ ਹੁੰਦੀ। ਦੇਖੋ ਕੋਈ ਵੀ ਜਿਹੜਾ ਕੋਈ ਤੁਸੀਂ ਕੋਈ ਟਾਸਕ ਲੈਂਦੇ ਹੋ ਜਾਂ ਕੋਈ ਤੁਸੀਂ ਉਹਦਾ ਬਿਆਨ ਕਰਦੇ ਹੋ ਕਿਸੇ ਤਰਫੋਂ, ਉਹ ਬਿਆਨ ਦੀ ਵੈਲਿਊ, ਉਸ ਬਿਆਨ ਦੀ ਵਰਥ ਉਸ ਸੂਰਤ ਵਿੱਚ ਹੁੰਦੀ ਹੈ ਕਿ ਉਹਨੂੰ ਕਿਸ ਕੱਦ ਕਾਠ ਦੇ ਲੋਕ ਤੇ ਉਹਨਾਂ ਨੂੰ, ਉਹਨਾਂ ਦੀ ਕਿੰਨੀ ਕੁ ਲੋਕਾਂ ਦੇ ਅੰਦਰ ਮੰਨਣ ਦੀ ਹੈ ਵੇ। ਤੇ ਅਗਰ ਅਸੀਂ ਦੇਖਦੇ ਹਾਂ ਕਿ ਗਵਰਨਮੈਂਟ ਲੈਵਲ ਦੇ ਉੱਤੇ ਮੁਸਲਿਮ ਲੀਗ ਨੂਨ ਦੀ ਕਿਆਦਤ, ਮੈਂ ਉਹਨਾਂ ਦੀ ਸਿਆਸੀ ਸਾਈਡ ਦੀ ਗੱਲ ਕਰ ਰਿਹਾ, ਨਾਟ ਗਵਰਨਮੈਂਟ ਸਾਈਡ, ਮੁਸਲਿਮ ਲੀਗ ਨੂਨ ਦੀ ਕਿਆਦਤ ਜਿਨ੍ਹਾਂ 'ਚ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਮਰੀਮ ਨਵਾਜ਼ ਸਾਹਿਬਾ ਨੇ, ਜਾਂ ਉਹਨਾਂ ਦੇ ਹੋਰ ਦੂਸਰੇ ਜਿਹੜੇ ਬਿਗ ਗਨਸ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਉਹ ਨੇ। ਉਹ ਤੇ ਕਦੇ ਉਹਨਾਂ ਦੇ ਮੂੰਹੋਂ ਕਦੇ ਨੈਸ਼ਨਲ ਡਾਇਲੌਗ ਕਮੇਟੀ ਦੀ ਕੋਈ ਗੱਲ ਸੁਣੀ ਹੋਵੇ ਜਾਂ ਉਹਨਾਂ ਨੇ ਕਦੇ ਇਹਦੇ ਜਿਹੜੇ ਸੋ ਕਾਲਡ ਮੀਡੀਏਟਰਸ ਬਣਨ ਦੀ ਜਿਹੜੀ ਪੇਸ਼ਕਸ਼ ਕਰ ਰਹੇ ਨੇ, ਕੋਈ ਇਹਨਾਂ ਦੇ ਬਾਰੇ ਦੇ ਵਿੱਚ ਕੋਈ ਉਹਨਾਂ ਨੇ ਕੋਈ ਕਿਹਾ ਹੋਵੇ ਕਿ ਇਹ ਬੜੇ ਜ਼ਬਰਦਸਤ ਲੋਕ ਨੇ ਜਾਂ ਕੋਈ ਉਹਨਾਂ ਦੀ ਕਦੇ ਐਸੀ ਗੱਲ ਨਹੀਂ ਹੈ। ਦੂਸਰੇ ਨੰਬਰ ਤੇ ਕੋਈ ਤੁਸੀਂ ਪੀਪਲਸ ਪਾਰਟੀ ਨੂੰ ਦੇਖ ਲਓ ਕਿ ਪੀਪਲਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਦੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ, ਆਸਫ ਅਲੀ ਜ਼ਰਦਾਰੀ ਸਾਹਿਬ ਨੇ, ਆਸਫਾ ਜ਼ਰਦਾਰੀ ਸਾਹਿਬਾਂ ਨੇ, ਹੋਰ ਦੂਸਰੇ ਉਹਨਾਂ ਦੇ ਜਿਹੜੇ ਲੀਡਰ ਨੇ, ਜਾਂ ਉਹਨਾਂ ਨੇ ਕਦੇ ਕੋਈ ਇਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਹੋਵੇ ਜਾਂ ਇਹਨਾਂ ਦੀ ਗੱਲ ਨੂੰ ਕੋਈ ਵੈਲਿਊ ਦਿੱਤੀ ਹੋਵੇ ਕਿ ਜੀ ਅਸੀਂ ਆ ਜਾਓ। ਇੱਕ ਦੂਸਰੇ ਆ ਜਾਓ ਜੀ MQM ਲਾ ਲਓ ਕਿ MQM ਦੀ ਜਿਹੜੀ ਲੀਡਰਸ਼ਿਪ ਹੈਗੀ ਹੈ, ਉਹਨਾਂ ਨੇ ਕਦੇ ਉਹਨਾਂ ਦੇ ਬਾਰੇ 'ਚ ਕਦੇ ਕੋਈ ਡਿਸਕਸ ਨਹੀਂ ਕੀਤਾ, ਕਦੇ ਕਿਸੇ ਨੇ ਉਹਨਾਂ ਨੂੰ ਕੁਐਸਚਨ ਨਹੀਂ ਕੀਤਾ। JUI ਦੇਖ ਲਓ, ਉਹਨਾਂ ਦੇ ਕੋਲ PTI ਵਾਲੇ ਵੀ ਜਾਂਦੇ ਨੇ, ਗਵਰਨਮੈਂਟ ਵਾਲੇ ਵੀ ਜਾਂਦੇ ਨੇ, ਸਾਨੂੰ ਨਜ਼ਰ ਆਉਂਦੀ ਕਿ ਇੱਕ ਉਹਨਾਂ ਦੇ ਵਰਥ ਸਾਬਤ ਹੁੰਦੀ ਤੇ ਉਹਨਾਂ ਨੇ ਖੁਦ ਕਦੇ ਇਹਨਾਂ ਦੀ ਕੋਈ ਗੱਲ ਕੀਤੀ ਹੋਵੇ। ਈਵਨ ਕਦੇ ਉਹ ਅਖਤਰ ਮੈਂਗਲ ਹੋਰਾਂ ਨੇ ਗੱਲ ਕਰ ਦਿੱਤੀ ਹੋਵੇ, ਅਚਕਜ਼ਈ ਸਾਹਿਬ ਹੋਰਾਂ ਨੇ ਕੋਈ ਗੱਲ ਕਰ ਦਿੱਤੀ ਹੋਵੇ, ਨਥਿੰਗ। PTI ਵਾਲੇ ਤੇ ਨਾਂ ਹੀ ਨਹੀਂ ਸੁਣਨਾ ਚਾਹੁੰਦੇ ਇਹਨਾਂ ਦਾ, ਇਹ ਜਿਹੜੇ 2-4 ਬੰਦੇ ਨੇ ਇਹਨਾਂ ਦੇ ਵਿੱਚ ਲਾਏ। ਠੀਕ ਤੇ ਲਿਹਾਜ਼ਾ ਇਹ ਇੱਕ ਐਕਸਰਸਾਈਜ਼ ਜਿਹੜੀ ਹੈ ਨਾ, ਇਹ ਆਪਣੇ ਤੌਰ ਤੇ ਕਹਿ ਸਕਦੇ ਹਾਂ ਅਸੀਂ ਕਿ ਕੁਝ ਲੋਕ ਆਪਣੇ ਤੌਰ ਦੇ ਉੱਤੇ ਆਪਣੀ ਖਿਦਮਾਤ ਪੇਸ਼ ਕਰ ਰਹੇ ਨੇ ਤੇ ਕਿ ਸਾਡੀਆਂ ਖਿਦਮਾਤ ਹਾਸਲ ਨੇ ਤੇ ਤੁਸੀਂ ਅਗਰ ਚਾਹੋ ਤੇ ਅਸੀਂ ਆਪਣੀ ਖਿਦਮਾਤ ਹਾਸਲ ਕਰ ਅਸੀਂ ਦੇ ਸਕਦੇ ਹਾਂ। ਅੱਛਾ, ਵੈਸੇ ਕਹਿੰਦੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਪਹਿਲੇ ਵੀ ਇਸ ਤਰ੍ਹਾਂ ਦੀ ਪੇਸ਼ਕਸ਼ਾਂ ਕਰਦੇ ਰਹੇ ਨੇ ਔਰ ਇੱਕ ਫਾਇਦਾ ਵੀ ਚੁੱਕਦੇ ਰਹੇ ਨੇ ਔਰ ਇਹਨਾਂ ਨੇ ਰੋਲ ਪਲੇ ਕੀਤਾ ਪਹਿਲੇ ਵੀ ਇਸ ਹਵਾਲੇ ਨਾਲ। ਤੁਹਾਡੀ ਇਹਦੇ 'ਚ ਕੀ ਖਿਆਲ? ਮੇਰਾ ਨਹੀਂ ਖਿਆਲ ਕਿ ਇਹਨਾਂ ਨੇ ਕੋਈ ਐਸਾ ਕਦੇ ਰੋਲ ਪਲੇ ਕੀਤਾ ਹੈ। ਦੇਖੋ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਕਰੈਕਟਰ ਲੈ ਲਓ, ਤੁਸੀਂ ਇੱਕ ਲੈ ਲਓ ਫਵਾਦ ਚੌਧਰੀ ਸਾਹਿਬ, ਉਹ ਸਾਬਕਾ ਵਜ਼ੀਰ ਇਤਲਾਤ ਸਨ ਔਰ ਸਾਇੰਸ ਦੇ ਵੀ ਉਹ ਮਿਨਿਸਟਰ ਰਹੇ ਨੇ।
KP ਉਹਨਾਂ ਦੀ PTI ਦੇ ਦੌਰ 'ਚ ਜਦੋਂ ਵਫਾਕੀ- ਬਾਨੀ PTI ਵਫਾਕੀ ਪ੍ਰਾਈਮ ਵਜ਼ੀਰ ਮਿਨਿਸਟਰ ਰਹੇ ਨੇ, ਸਨ। ਬਿਲਕੁਲ ਠੀਕ ਹੈ ਨਾ ਜੀ। ਉਸ ਦੌਰ ਦੇ ਵਿੱਚ ਇਹ ਮਿਨਿਸਟਰ ਸਨ ਤੇ ਉਸ ਤੋਂ ਪਹਿਲੇ ਵੀ ਇਹਨਾਂ ਨੇ ਕਦੇ ਕੋਈ ਇਹੋ ਜੀ ਗੱਲ ਤੇ ਨਹੀਂ ਕੀਤੀ ਕਿ ਅਸੀਂ ਮੁਸਲਿਮ ਲੀਗ ਨੂਨ ਦੇ ਨਾਲ ਜਾਂ ਪੀਪਲਸ ਪਾਰਟੀ ਦੇ ਨਾਲ ਕੋਈ ਮਾਮਲਾ ਬਿਹਤਰ ਕਰਵਾ ਦਈਏ। ਕੋਈ ਐਸਾ ਕਰੈਕਟਰ ਨਹੀਂ, ਜਾਂ ਉਸ ਤੋਂ ਪਹਿਲੇ ਵੀ ਉਹਨਾਂ ਨੇ ਕੋਈ ਇਹੋ ਜਿਹਾ ਰੋਲ ਪਲੇ ਨਹੀਂ ਕੀਤਾ ਮੀਡੀਏਟਰ ਦਾ, ਜਿਵੇਂ ਨਵਾਬਜ਼ਾਦਾ ਨਸਰੁੱਲਾ ਮਰਹੂਮ ਉਹ ਇੱਕ ਰੋਲ ਪਲੇ ਕਰਦੇ ਹੁੰਦੇ ਸਨ। ਤੇ ਜਾਂ ਜਿਵੇਂ ਚੌਧਰੀ ਸ਼ੁਜਾ ਸਾਹਿਬ ਦਾ ਇੱਕ ਬੜਾ ਇਸ ਮਾਮਲੇ ਦੇ ਵਿੱਚ ਇੱਕ ਰੋਲ ਰਿਹਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲੋਕ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਇਸ ਹਵਾਲੇ ਨਾਲ ਕਰੈਕਟਰ ਨੂੰ ਚਾਹੁੰਦੇ ਨੇ, ਜਾਂ ਉਹ ਲੋਕ ਉਹਨਾਂ ਦੀ ਰਿਸਪੈਕਟ ਉਸ ਤਰ੍ਹਾਂ ਕਰਦੇ ਨੇ ਪੋਲੀਟੀਕਲੀ। ਉਹਨਾਂ ਦਾ ਤਾਂ ਕੋਈ ਇਹ ਮਾਮਲੇ 'ਚ ਰੋਲ ਨਹੀਂ। ਹੁਣ ਮੁਹੰਮਦ ਅਲੀ ਦੁਰਾਨੀ ਸਾਹਿਬ ਇਹ ਮਿਨਿਸਟਰ ਇਤਲਾਤ ਰਹੇ ਨੇ ਜਨਰਲ ਮੁਸ਼ਰਫ ਦੇ ਦੌਰ 'ਚ, ਜਨਰਲ ਪਰਵੇਜ਼ ਮੁਸ਼ਰਫ ਦੇ ਦੌਰ 'ਚ ਵੀ ਇਹਨਾਂ ਦਾ ਇੱਕ ਲੇਕਿਨ ਕਦੇ ਵੀ ਇਹਨਾਂ ਦਾ ਇਸ ਤਰ੍ਹਾਂ ਦਾ ਰੋਲ ਨਹੀਂ ਰਿਹਾ। ਨਾ ਹੀ ਇਹਨਾਂ ਦੇ ਬਾਰੇ ਹਵਾਲੇ ਨਾਲ ਕਿਸੇ ਨੇ ਕਦੇ ਇਹ ਗੱਲ ਕਹੀ ਕਿ ਜੀ ਇਹ ਬਹੁਤ ਵਿਚਕਾਰ ਕੋਈ ਆ ਕੇ ਕੋਈ ਐਸਾ ਰੋਲ ਪਲੇ ਕਰ ਰਹੇ ਨੇ। ਕਰੈਕਟਰ ਹੁੰਦਾ ਨਾ ਇੱਕ ਬੰਦੇ ਦਾ, ਉਹ ਕਦੇ ਨਹੀਂ ਇਹਨਾਂ ਦਾ ਰਿਹਾ। ਬੈਰਿਸਟਰ ਸੈਫ ਦੀ ਤੇ ਹੈਸੀਅਤ ਹੀ ਕੋਈ ਨਹੀਂ ਨਾ, ਉਹਨਾਂ ਦਾ ਤੇ ਕੋਈ ਸਿਆਸੀ ਰੋਲ ਨਾ ਕਿਰਦਾਰ ਨਾ ਕੋਈ ਉਹ ਕੋਈ ਪੋਲੀਟੀਕਲ ਉਹਨਾਂ ਦੀ ਕੋਈ ਵਰਥ ਹੈਗੀ, ਜ਼ੀਰੋ। ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਆਂਡਾ, ਇਹ ਉਹ ਆਂਡਾ ਹੈਗਾ। ਅੱਛਾ, ਜਿਹੜਾ ਫਰਾਈ ਵੀ ਨਹੀਂ ਹੋ ਸਕਦਾ। ਕਿਸੇ ਜਗ੍ਹਾ ਤੇ ਬੰਦਾ ਚਲੋ ਕਿ ਅੰਡਾ ਜਿਹੜਾ ਉਹ ਫਰਾਈ ਕਰ ਲੈਂਦਾ ਨਾ ਤੇ ਕਿਸੇ ਦੇ ਕੰਮ ਨਹੀਂ ਆ ਜਾਂਦਾ। ਇਹ ਸਾਰੇ ਫਾਰਗ ਹੋ ਚੁੱਕੇ ਨੇ। ਔਰ ਇਹ KP ਗਵਰਨਮੈਂਟ ਦੇ ਵਿੱਚ ਮਸ਼ੀਰ ਜਾਂ ਵਜ਼ੀਰ ਇਤਲਾਤ ਸਨ ਤੇ ਉਸ ਵੇਲੇ ਇਹਨਾਂ ਦੀ ਜ਼ੁਬਾਨ ਦੇ ਕੋਲੋਂ ਦੇਖ ਲਓ ਕਿਸ ਤਰ੍ਹਾਂ ਦੀ ਜ਼ਹਿਰਨਾਕ ਜ਼ੁਬਾਨ ਬੋਲ ਰਹੇ ਸਨ। ਔਰ ਮਰੀਮ ਨਵਾਜ਼ ਦੇ ਬਾਰੇ 'ਚ, ਮੁਸਲਿਮ ਲੀਗ ਨੂਨ ਦੇ ਬਾਰੇ 'ਚ, ਹੋਰ ਕਰੈਕਟਰ ਦੇ ਬਾਰੇ 'ਚ ਇਹ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ। ਇਹ ਨਜ਼ਦੀਕ ਦੀ ਗੱਲ ਹੈ ਕਿ ਉਹ ਕਿਸ ਕਿਸਮ ਦੀ ਉਹਨਾਂ ਦੀ ਜ਼ੁਬਾਨ 'ਚ ਤਰਜ਼ ਤਖਾਤਬ ਕਿਸ ਤਰ੍ਹਾਂ ਦਾ ਉਹ ਜ਼ਹਿਨ ਅੱਜ ਉਹ ਬੜੇ ਗੌਤਮ ਬੁੱਧ ਦੀ ਸ਼ਕਲ ਦਾ ਤਾਮੀਰਾ ਇੱਕ ਕਰੈਕਟਰ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਗਾਲਮ ਗਲੋਚ ਉਹਨਾਂ ਚੀਜ਼ਾਂ ਨੂੰ ਖਤਮ ਹੋਣਾ ਚਾਹੀਦਾ ਹੈ। ਇਹ ਤੇ ਦੇਖੋ ਤੁਹਾਡਾ ਜਿਹੜਾ ਕਰੈਕਟਰ ਹੁੰਦਾ ਹੈ ਨਾ ਇਨਸਾਨ ਦਾ, ਕਿਸੇ ਇਨਸਾਨ ਦਾ, ਸਿਆਸਤਦਾਨ ਦਾ ਜਿਹੜਾ ਕਰੈਕਟਰ ਤੁਹਾਡਾ ਬੋਲ ਰਿਹਾ ਹੁੰਦਾ ਕਿ ਤੁਸੀਂ ਅੱਜ ਕੀ ਹੋ ਜਾਂ ਤੁਸੀਂ ਅੱਜ ਕੀ ਗੱਲ ਕਰ ਰਹੇ ਹੋ ਤੇ ਕੱਲ ਤੁਸੀਂ ਕੀ ਸੀ, ਉਦੋਂ ਹੀ ਤੁਹਾਡੀ ਜ਼ੁਬਾਨ ਤੇ ਕੋਈ ਯਕੀਨ ਕਰੇਗਾ ਨਾ। ਤੇ ਹੁਣ ਤੁਹਾਡਾ ਇਹ ਵਰਥਲੈਸ ਲੋਕ ਨੇ ਜਿਨ੍ਹਾਂ ਦੇ ਕੋਲ ਕੋਈ ਪਾਰਟੀ ਨਹੀਂ ਔਰ ਨਾ ਇਹਨਾਂ ਨੂੰ ਕੋਈ ਪਾਰਟੀ ਐਕਸੈਪਟ ਕਰਨ ਵਾਸਤੇ ਤਿਆਰ ਹੈ। ਤੁਸੀਂ ਦੇਖੋ ਨਾ ਕਿ ਫਵਾਦ ਚੌਧਰੀ ਸਾਹਿਬ ਵਾਲੇ ਦੇਖ ਲਓ, ਸਾਡੇ ਦੋਸਤ ਨੇ, ਜਾਣਨ ਵਾਲੇ ਨੇ, ਲੇਕਿਨ ਜਿਹੜੀ ਪੋਲੀਟੀਕਲ ਸੱਚ ਹੈਗਾ ਉਹ ਤੇ ਮੇਰਾ ਖਿਆਲ ਹੈ ਜ਼ਰੂਰ ਬਿਆਨ ਕਰਨਾ ਚਾਹੀਦਾ। ਉਹ PTI ਕਿਸ ਤਰ੍ਹਾਂ ਦਾ ਇੱਕ ਲੀਡਰਸ਼ਿਪ ਹੈ ਕਿ ਉਹ ਕਹਿੰਦੇ ਨੇ ਇਮਰਾਨ PTI ਤੇ PTI ਉਹਨਾਂ ਨੂੰ ਮੰਨਦੀ ਨਹੀਂ। ਸੋਚਣ ਵਾਲੀ ਗੱਲ ਹੈ। ਔਰ ਫਿਰ ਇਹ ਜਿਹੜਾ ਸਾਰਾ ਗਰੋਹ ਹੈ, ਇਹਨਾਂ ਦੇ ਕੁਝ ਸਾਫੀ ਥਿੰਕ ਟੈਂਕ ਨੇ ਆਪਣੇ ਵੱਲੋਂ, ਉਹ ਵੀ ਕੌਮੀ ਹਕੂਮਤ ਦਾ ਕਦੇ ਨਾ ਕਦੇ ਲੁੱਚ ਤਲਦੇ ਨੇ ਕਿ ਉਹ ਜੀ ਕੌਮੀ ਹਕੂਮਤ ਦੀ ਜ਼ਰੂਰਤ ਹੈ, 3 ਸਾਲ ਕੌਮੀ ਹਕੂਮਤ ਬਣ ਜਾਏ ਔਰ ਇਸ ਤਰ੍ਹਾਂ ਦੀ ਕਰਦੇ। ਉਹ ਜਿਹੜੀ ਮੈਂ ਕੱਲ ਵੀ ਗੱਲ ਕੀਤੀ ਸੀ, ਤੁਹਾਨੂੰ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਲੋਕ ਵਕਤ ਤੋਂ ਪਿੱਛੇ ਰਹਿ ਗਏ ਨੇ। ਡਾਇਨਾਮਿਕਸ ਚੇਂਜ ਹੋ ਗਈਆਂ ਨੇ। ਕੌਮੀ ਹਕੂਮਤ ਦੇ ਜਿਹੜੇ ਪੁਰਾਣੇ ਥਾਟਸ, ਪੁਰਾਣੇ ਨਜ਼ਰੀਆਤ, ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅੱਜ ਜਿਹੜਾ ਸਿਸਟਮ ਹੈ ਉਹਨੂੰ ਸਿਸਟਮ ਦੇ ਹੋਲਡ ਕਰਨ ਵਾਲੇ ਖੁਦ ਕਹਿ ਰਹੇ ਨੇ ਕਿ ਹਾਈਬ੍ਰਿਡ ਸਿਸਟਮ ਹੈ। ਠੀਕ ਹੈ ਨਾ। ਹਾਈਬ੍ਰਿਡ ਗੱਡੀਆਂ ਵੀ ਮਾਰਕੀਟ ਦੇ ਵਿੱਚ ਆਈਆਂ ਨਾ। ਅਗਲਾ ਦੌਰ ਇਲੈਕਟ੍ਰਿਕ ਕਾਰਾਂ ਦਾ ਹੈਗਾ। ਇਹ ਅੱਜ ਵੀ ਡੀਜ਼ਲ ਗੱਡੀਆਂ ਨੇ। ਅੱਛਾ ਜੀ, ਤੁਸੀਂ ਕੀ ਇਲੈਕਟ੍ਰਿਕ ਝਟਕੇ ਲਾਣਾ ਚਾਹੁੰਦੇ ਹੋ? ਇਹ ਜਿਹੜੇ ਥਿੰਕ ਟੈਂਕ ਨੇ ਨਾ ਅੱਜ ਕੱਲ ਕੌਮੀ ਹਕੂਮਤਾਂ ਨੇ, ਇਹ ਡੀਜ਼ਲ ਗੱਡੀਆਂ ਨੇ ਜਿਹੜੇ ਪੁਰਾਣੇ ਜ਼ਮਾਨੇ ਦੀਆਂ ਤੇ ਪੁਰਾਣੇ ਕਾਰਪੋਰੇਟਰ ਇੰਜਨ ਨਹੀਂ ਸੀ ਹੁੰਦੇ, ਖਤਮ ਹੋ ਗਏ ਨੇ, ਜਿਨ੍ਹਾਂ ਦੇ ਪੁਰਜ਼ੇ ਵੀ ਕੋਈ ਨਹੀਂ ਲੱਭਦੇ। ਲੇਕਿਨ ਜੋ ਸਾਹਿਬ ਉਹ ਇਸ ਚੀਜ਼ 'ਚ ਕਾਮਯਾਬ ਨੇ ਨਾ, ਅੱਜ ਅਸੀਂ ਵੀ ਉਹਨਾਂ ਨੂੰ ਬਹਿ ਕੇ ਡਿਸਕਸ ਕਰ ਰਹੇ ਹਾਂ ਇੱਥੇ। ਉਹ ਅਸੀਂ ਤੇ ਸਾਡਾ ਤੇ ਕੰਮ ਹੀ ਡਿਸਕਸ ਕਰਨਾ ਨਾ। ਦੇਖੋ ਸਾਡਾ ਪ੍ਰੋਫੈਸ਼ਨ ਡਿਸਕਸ ਕਰਨਾ ਚੀਜ਼ਾਂ ਦਾ। ਅਸੀਂ ਇਹਨਾਂ ਨੂੰ ਦੱਸ ਰਹੇ ਹਾਂ। ਸਾਡਾ ਕੰਮ ਹੈ ਦੱਸਣਾ ਕਿ ਤੁਸੀਂ ਡੀਜ਼ਲ ਗੱਡੀਆਂ ਛੱਡ ਦਿਓ। ਅਸੀਂ ਤੇ ਅਗਲੇ ਜ਼ਮਾਨੇ ਦੇ ਲੋਕ ਹਾਂ ਨਾ, ਅਸੀਂ ਅਗਲੇ ਦੌਰ ਦੀ ਅਸੀਂ ਗੱਲ ਦੱਸ ਰਹੇ ਹਾਂ। ਜਿਹੜੇ ਜੈਨਜ਼ੀ ਜਿਹਨੂੰ ਅਸੀਂ ਕਹਿ ਰਹੇ ਹਾਂ, ਉਹਦੇ ਤਕਾਜ਼ਿਆਂ ਦੇ ਕੁਝ ਹੋਰ ਨੇ। ਕੌਮੀ ਹਕੂਮਤ ਕੀ ਹੁੰਦੀ ਹੈ ਕਿ ਜਿਹੜੀ ਪੂਰੀ ਇਕਾਈਆਂ ਦੇ ਉਹਦੇ 'ਚ ਮੁਸ਼ਤਮਿਲ ਹੋਵੇ। ਚੰਦ ਸ਼ਖਸੀਅਤ ਦਾ ਬਾਹਰ ਰਹਿਣ ਦਾ ਮਤਲਬ ਇਹ ਥੋੜਾ ਹੁੰਦਾ ਹੈ ਕਿ ਕੋਈ ਇਕਾਈ, ਕੋਈ ਕੌਮ ਜਿਹੜੀ ਹੈ ਨਾ ਉਹਦੇ ਤੋਂ ਬਾਹਰ ਹੈ। ਠੀਕ। ਪਾਕਿਸਤਾਨ 4 ਸੂਬੇ ਨੇ, 4 ਸੂਬਿਆਂ ਦੇ ਵਿੱਚ ਉਹਨਾਂ ਦੀ ਆਪਣੀ ਇੱਕ ਹਕੂਮਤ ਕਾਇਮ ਹੈ। ਠੀਕ ਹੈ, ਹਰ ਇੱਕ ਦੀ ਹਕੂਮਤ ਹੈ। PTI ਦੀ ਤੁਸੀਂ ਪਹਿਲੇ ਹੀ ਗੱਲ ਕੀਤੀ ਕਿ ਉਹ ਸਿਰਫ ਇੱਕ ਸ਼ਖਸ ਬਾਹਰ ਹੈ ਨਾ ਜੀ, ਬਾਕੀ ਤਾਂ ਸਾਰੇ ਸ਼ਾਮਲ ਨੇ, ਸਟੇਕ ਹੋਲਡਰ ਨੇ, ਤੇ ਫਿਰ ਕੌਮੀ ਹਕੂਮਤ ਹੀ ਹੋ ਗਈ ਕਿ ਨਹੀਂ? ਹਾਂ, ਮੇਰਾ ਤਾਂ ਖਿਆਲ ਹੈ ਇਹੋ ਹੀ ਹੈ। ਤੁਸੀਂ ਵੀ ਇਹਦੇ ਤੇ ਜ਼ਰਾ ਗੌਰ ਕਰੋ ਕਿ ਤੁਹਾਡਾ ਕੀ ਖਿਆਲ ਕਹਿੰਦਾ ਵੀ ਜਦੋਂ ਸਾਰੇ ਸ਼ਾਮਲ ਨੇ, ਇੱਕ ਸ਼ਾਮਲ ਹੀ ਉਹਨੂੰ ਵੀ ਬਾਰ-ਬਾਰ ਕਹਿੰਦੇ ਦਾਅਵਤ ਦਿੱਤੀ ਕਿ ਆਓ ਸਿਆਸੀ ਤਰੀਕੇ ਨਾਲ ਮਾਮਲਾ ਉਹਦਾ ਦੀ ਜਮਾਤ ਸ਼ਾਮਲ ਹੈ ਸਿਸਟਮ ਦੇ। ਜਮਾਤ ਸ਼ਾਮਲ ਹੈ, ਜਮਾਤ ਸਿਸਟਮ ਦੇ ਵਿੱਚ ਸ਼ਾਮਲ ਹੈ।
ਦੇਖੋ ਨਾ ਉਹਨਾਂ ਦਾ ਸੈਨੇਟ 'ਚ ਵੀ ਆਪੋਜੀਸ਼ਨ ਲੀਡਰ ਹੈ, ਕੌਮੀ ਅਸੈਂਬਲੀ 'ਚ ਵੀ ਆਪੋਜੀਸ਼ਨ ਲੀਡਰ ਨੇ, ਉਹਨਾਂ ਦੇ MNAs ਨੇ, ਉਹਨਾਂ ਦੇ ਪੰਜਾਬ ਅਸੈਂਬਲੀ ਦੇ ਵਿੱਚ ਵੀ MPs ਨੇ, ਬਿਲਕੁਲ ਠੀਕ ਹੈ ਨਾ ਜੀ। ਉਹਨਾਂ ਦਾ ਆਪੋਜੀਸ਼ਨ ਲੀਡਰ ਹੈ ਪੰਜਾਬ ਅਸੈਂਬਲੀ ਦੇ ਵਿੱਚ, ਉਹਨਾਂ ਦੀ KP ਦੇ ਵਿੱਚੋਂ ਗਵਰਨਮੈਂਟ ਹੈ ਉਹਨਾਂ ਦੇ ਕੋਲੋਂ, ਯਾਨੀ ਉਹ ਸਿਸਟਮ ਦੇ ਵਿੱਚ ਪੂਰੇ ਬਰਾਬਰ ਦੇ ਸ਼ੇਅਰ ਹੋਲਡਰ ਨੇ। ਬਾਕੀ ਪਾਰਟੀ ਕਿਹੜੀ ਜਿਹੜੀ ਸਿਸਟਮ ਤੋਂ ਬਾਹਰ ਹੈ? ਅਗਰ ਅਸੀਂ ਦੇਖੋ ਨਾ, ਅਗਰ ਅਚਕਜ਼ਈ ਸਾਹਿਬ ਦੀ ਗੱਲ ਕੀਤੀ ਸਿਸਟਮ ਤੋਂ ਉਹ ਬਾਹਰ ਵੀ MNA ਤੇ ਉਹ ਵੀ MNA ਵੀ ਨੇ ਤੇ ਉਹਨਾਂ ਨੂੰ ਆਪੋਜੀਸ਼ਨ ਲੀਡਰ ਹੀ ਬਣਵਾਤਾ ਹੈ ਬਈ। ਦੇਖੋ ਉਹ ਬਤੌਰੇ ਪਾਰਟੀ ਜਿੰਨਾ ਕੋ ਉਹਨਾਂ ਦਾ ਸਾਈਜ਼ ਹੈ ਉਹਦੇ ਮੁਤਾਬਕ ਉਹਨਾਂ ਦੀ ਨੁਮਾਇੰਦਗੀ ਹੈ। ਠੀਕ, ਜੋ ਕਿ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਘੱਟ ਹੋਏਗਾ ਇੱਕ ਮੈਂਬਰ ਦੀ ਘੱਟ, ਤੇ ਅਖਤਰ ਮੈਂਗਲ ਸਾਹਿਬ ਖੁਦ ਛੱਡ ਗਏ, ਉਹਨਾਂ ਦੀ ਪਾਰਟੀ ਦੇ ਬੰਦੇ ਅਜੇ ਵੀ ਬੈਠੇ ਨੇ। ਸਭ ਅਗਰ ਇੱਥੇ ਹੁਣ ਦੇਖੀਏ ਕਿ ਇੱਕ ਤਰਫ ਤੇ PTI ਖੁਦ ਹੈ, ਉਹਦੇ ਡਿਫਰੈਂਟ ਧੜੇ ਜਿਹੜੇ ਨੇ ਉਹ ਲੱਗੇ ਨੇ, ਉਹਨਾਂ ਦੀ ਆਪਸ ਦੇ ਮਸਾਇਲ ਨੇ। ਦੂਜੀ ਤਰਫ ਤਰੀਕੇ ਤਹਫੁਜ਼ ਆਇਨ ਪਾਕਿਸਤਾਨ ਨੇ, ਕਹਿੰਦੇ ਜੀ ਉਹਨਾਂ ਨੂੰ ਮੈਂਡੇਟ ਦਿੱਤਾ ਗਿਆ ਮਹਿਮੂਦ ਅਚਕਜ਼ਈ ਸਾਹਿਬ ਨੂੰ ਕਿ ਉਹ ਡਾਇਲੌਗ ਕਰਨਾ ਜਾਂ ਮਜ਼ਾਮਤ ਕਰਨੀ ਹੈ ਬਾਨੀ PTI ਤਰਫੋਂ। ਉਹਦੇ ਬਾਅਦ ਹੁਣ ਨੈਸ਼ਨਲ ਡਾਇਲੌਗ ਕਮੇਟੀ ਵੀ ਹੈ, ਠੀਕ ਹੈ। ਫਿਰ ਉਹ ਹੁਣ ਉਹ ਜਿਹੜੀ ਰਿਹਾਈ ਫੋਰਸ ਵੀ ਬਣਾਉਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਤੇ ਇਹ ਸਾਰੀ ਇੰਨੀ ਡਿਵਾਈਡ ਜਿਹੜੀ ਹੈ, ਇਹਦੇ ਵਿੱਚ ਕਿਸੇ ਕੰਸੈਂਸਸ ਉੱਤੇ ਕਿਸ ਤਰ੍ਹਾਂ ਆਣਗੇ ਮਾਮਲਾ, ਤੇ ਸਿਆਸੀ ਇਸਤਹਿਕਾਮ ਦੀ ਤਰਫ ਕਿਸ ਤਰ੍ਹਾਂ ਜਾਣਗੇ, ਤੇ ਪੋਲਰਾਈਜੇਸ਼ਨ ਵੱਧਦੀ ਨਹੀਂ ਜਾ ਰਹੀ? ਅੱਛਾ, ਇਹ ਜਿਹੜਾ ਸਿਆਸੀ ਇਸਤਹਿਕਾਮ ਦੀ ਜਦੋਂ ਗੱਲ ਕਰਦੇ ਹੋ, ਜਿਵੇਂ ਹੁਣ ਤੁਸੀਂ ਵੀ ਗੱਲ ਕੀਤੀ, ਇਹਦਾ ਜਿਹੜਾ ਅਸੀਂ ਅਗਰ ਉਲਟ ਲਵਾਂਗੇ ਮੁਤਜ਼ਾਦ, ਤੇ ਉਹਦਾ ਮਤਲਬ ਇਹੋ ਹੀ ਹੋਏਗਾ ਨਾ ਕਿ ਸਿਆਸੀ ਇਸਤਹਿਕਾਮ ਨਹੀਂ ਹੈ। ਅਸੀਂ ਇਸ ਤੋਂ ਪਹਿਲੇ ਜਿਹੜੀ ਹੁਣੇ ਗੱਲ ਕੀਤੀ ਕਿ ਸਾਰੇ ਆਪਣੇ ਸਟੇਕ ਹੋਲਡਰ ਨੇ, ਸਾਰੀਆਂ ਹਕੂਮਤਾਂ ਕਾਇਮ ਨੇ, ਹੋਰ ਸਿਆਸੀ ਇਸਤਹਿਕਾਮ ਕੀ ਹੁੰਦਾ ਹੈ? ਸਿਆਸੀ ਇਸਤਹਿਕਾਮ ਇਹੋ ਹੀ ਹੁੰਦਾ ਜਿਹੜੀ ਇੱਕ ਗਰੁੱਪ ਜਿਹੜਾ ਡਿਮਾਂਡ ਕਰ ਰਿਹਾ ਜਾਂ ਇੱਕ ਜਿਹੜਾ ਅਨਰੈਸਟ ਪੈਦਾ ਕਰ ਰਿਹਾ, ਉਹ ਤੇ ਸਾਡੇ ਮੁਲਕ ਦੇ ਵਿੱਚ ਇੱਕ ਤਾਂ ਟੈਰਰਿਸਟ ਨੇ, ਨਾਨ ਸਟੇਟ ਐਕਟਰ ਨੇ, ਬਲੈਕ ਮਨੀ ਹੋਲਡਰਸ ਨੇ, ਜਿਹੜੇ ਇਸ ਮੁਲਕ ਨੂੰ ਚਾਹੁੰਦੇ ਨੇ ਕਿ ਅਸੀਂ ਕੋਈ ਕਰੀਏ, ਉਹਨਾਂ ਦੇ ਅਜ਼ਾਇਮ ਦਾ ਪਤਾ ਹੈ। ਦੂਸਰੇ ਤਰਫ ਜਿਹੜੀ ਅਗਰ ਪੋਲੀਟੀਕਲ ਮੈਨੂਵਰਿੰਗ ਹੁੰਦੀ ਹੈ, ਉਹ ਇੱਕ ਸ਼ਖਸ ਦੀ ਰਿਹਾਈ ਦੇ ਹਵਾਲੇ ਨਾਲ ਹੋ ਰਹੀ ਹੈ, ਔਰ ਉਹ ਵਿਦਿਨ PTI ਦਾ ਇਖਤਲਾਫ ਹੈ ਸਟ੍ਰੈਟਜੀ ਦਾ। ਉਹ ਕੌਮੀ ਇਖਤਲਾਫ, ਕੌਮੀ ਬੁਹਰਾਨ ਤੇ ਨਹੀਂ, ਉਹਨੂੰ ਮੈਂ ਮੇਰੀ ਨਜ਼ਰ 'ਚ ਤੇ ਉਹ ਕੌਮੀ ਬੁਹਰਾਨ ਨਹੀਂ ਕਹਿਲਾ ਸਕਦਾ ਨਾ, ਉਹ ਇੱਕ ਆਪਣੀ ਪਾਰਟੀ ਦਾ ਬੁਹਰਾਨ ਤੇ ਹੋ ਸਕਦਾ ਹੈ ਕਿ ਉਹਨਾਂ ਦੀ ਸਟ੍ਰੈਟਜੀ ਦੇ ਹਵਾਲੇ ਦੇ ਨਾਲ, ਤਰੀਕਾਕਾਰ ਦੇ ਹਵਾਲੇ ਨਾਲ ਉਹਨਾਂ 'ਚ ਕਿ ਵੀ ਅਸੀਂ ਆਪਣੇ ਬਾਨੀ ਦੀ ਰਿਹਾਈ ਕਰਾਣੀ ਹੈ, ਕਿਸ ਤਰੀਕੇ ਦੇ ਨਾਲ ਕਰਾਣੀ ਹੈ। ਉਹਨਾਂ ਦੇ ਵਿੱਚ ਇੱਕ ਗਰੁੱਪ ਹੈ ਜਿਹਦੀ ਨੁਮਾਇੰਦਗੀ ਅਸੀਂ ਪਹਿਲੇ ਵੀ ਕਹਿੰਦੇ ਰਹੇ ਹਾਂ ਕਿ ਉਹਨਾਂ ਦੀ ਸਿਸਟਰਸ ਕਰ ਰਹੀਆਂ ਨੇ। ਉਹਨਾਂ ਦਾ ਖਿਆਲ ਹੈਗਾ ਕਿ ਸਿਆਸੀ ਮੁਜ਼ਾਹਰਿਆਂ ਦੇ ਜ਼ਰੀਏ, ਸਿਆਸੀ ਨਹੀਂ ਮੁਜ਼ਾਹਰਿਆਂ ਦੇ ਜ਼ਰੀਏ ਅਸੀਂ ਗਵਰਨਮੈਂਟ ਤੇ ਦਬਾਅ ਵਧਾਈਏ ਤੇ ਉਹਦੇ ਰਿਆਇਤ ਦੇਣ 'ਚ ਕਾਮਯਾਬ ਹੋਵੇ। ਉਹਦੇ ਮੁਕਾਬਲੇ 'ਚ ਉਸੇ ਹੀ ਪਾਰਟੀ ਦੇ ਵਿੱਚ ਇੱਕ ਦੂਸਰਾ ਗਰੁੱਪ ਹੈ ਜਿਹੜਾ ਕਹਿ ਰਿਹਾ ਕਿ ਵੀ ਨਹੀਂ, ਅਸੀਂ ਇੱਕ ਪੋਲੀਟੀਕਲ ਡਾਇਲੌਗ ਕਰੀਏ, ਜਿਹੜੀਆਂ ਸਿਟਿੰਗ ਗਵਰਨਮੈਂਟ ਨੇ ਔਰ ਦੂਸਰੀਆਂ ਗਵਰਨਮੈਂਟ ਨੇ, ਉਹਨਾਂ ਨਾਲ ਮਿਲ ਕੇ ਅਸੀਂ ਫਿਰ ਦਬਾਅ ਬਣਾਈਏ ਤੇ ਮੁਜ਼ਾਹਰੇ ਕਰੀਏ। ਇੱਕ ਤੀਸਰਾ ਵਿੱਚ ਐਲੀਮੈਂਟ ਹੈਗਾ, ਉਹ ਕਹਿ ਰਿਹਾ ਕਿ ਵੀ ਇਸ ਤਰ੍ਹਾਂ ਵੀ ਨਹੀਂ, ਅਸੀਂ ਇੱਕ ਪਾਰਲੀਮਾਨੀ ਪਾਰਟੀ ਦੇ ਤੌਰ ਦੇ ਉੱਤੇ ਜਿਹੜਾ ਸਾਡਾ ਰੋਲ ਹੈਗਾ, ਅਸੀਂ ਉਹ ਆਪਣਾ ਰੋਲ ਅਦਾ ਕਰੀਏ, ਅਸੀਂ ਔਰ ਉਸ ਰੋਲ ਦੇ ਵਿੱਚ ਇੱਕ ਅੱਛਾ ਹਮਆਹੰਗੀ ਦੇ ਨਾਲ ਕਰੀਏ, ਔਰ ਇੱਕ ਅਸੀਂ ਬਿਹਤਰ ਅੰਦਾਜ਼ ਦੇ ਵਿੱਚ ਕਾਨੂੰਨੀ ਫਾਈਟ ਕਰੀਏ। ਤੇ ਕਾਨੂੰਨੀ ਫਾਈਟ ਦੇ ਵਿੱਚ ਥੋੜਾ ਜਿਹਾ ਟਾਈਮ ਲੱਗੇਗਾ, ਲੇਕਿਨ ਉਹਦੇ ਜ਼ਰੀਏ ਅਸੀਂ ਬਾਨੀ PTI ਦੀ ਰਿਹਾਈ ਦਾ ਪੋਸੀਬਿਲਿਟੀ ਹੋ ਸਕਦੀ ਹੈ, ਔਰ ਉਹਦੇ ਨਾਲ ਨਾਲ ਇੱਕ ਮੁਫਾਹਮਤ ਦਾ ਅਮਲ ਚੱਲਣਾ ਚਾਹੀਦਾ ਹੈ। ਇਹ ਮੇਰੇ ਖਿਆਲ ਦੇ ਵਿੱਚ ਵਿਦਿਨ ਦੀ ਪਾਰਟੀ ਆਪਣੀ ਚ ਉਹਨਾਂ ਦੇ ਮਹਾਜ਼ਰਾ ਹੀ ਆਪਣੀ ਚ ਇਖਤਲਾਫ ਹੈਗਾ। ਬਾਕੀ ਪਾਰਟੀਆਂ ਦੇ ਵਿੱਚ ਤਾਂ ਕੋਈ ਇਖਤਲਾਫ ਨਹੀਂ, ਉਹ ਤੇ ਗਵਰਨਮੈਂਟ ਵੀ ਕਰ ਰਹੀਆਂ ਨੇ, ਉਹ ਤੇ ਕਹਿੰਦੇ ਨੇ ਅਸੀਂ ਮੁਜ਼ਾਕਰਾਤ ਵੀ ਕਰ ਲੈਂਦੇ ਹਾਂ, ਉਹਨਾਂ ਦਾ ਕਾਹਦਾ ਰੌਲਾ ਹੈ? ਤੇ ਇਹ ਨੈਸ਼ਨਲ ਗਵਰਨਮੈਂਟ, ਨੈਸ਼ਨਲ ਡਾਇਲੌਗ ਕਮੇਟੀਆਂ, ਇਹ ਉਹ ਕਬੂਤਰ ਹੈਗਾ ਨੈਸ਼ਨਲ ਡਾਇਲੌਗ ਕਮੇਟੀ, ਜਿਹੜਾ ਭੁੱਲ ਨਹੀਂ ਜਾਂਦਾ ਤੇ ਉਹ ਕਿਸੇ ਦੀ ਛੱਤ ਲੱਭ ਰਿਹਾ ਹੁੰਦਾ ਕਿ ਕਿਸੇ ਜਗ੍ਹਾ ਮੈਨੂੰ ਬੈਠਣ ਦੀ ਨਾ ਕੋਈ ਮਿਲ ਜਾਵੇ ਜਗ੍ਹਾ,